ਕਬੀਰ ਜੀ ਨੂੰ ਹਾਥੀ ਅੱਗੇ ਸੁੱਟਣਾ। ਧਰਮੀ ਪੁਰਸ਼ ਧਰਮ ਨਹੀਂ ਛੱਡਦਾ ਅਤੇ ਬੁਰਾ ਬੁਰਾਈ ਦਾ ਤਿਆਗ ਨਹੀਂ ਕਰਦਾ। ਬੁਰੇ ਦੇ ਪਿੱਛੋਂ ਬਾਦਸ਼ਾਹੀ ਹੱਠ ਵਾਲਾ ਉਸ ਤੋਂ ਵੀ ਬੁਰਾ ਮੰਨਿਆ ਗਿਆ ਹੈ। ਬਾਦਸ਼ਾਹੀ ਹੱਠ ਵਿੱਚ ਅਨੇਕਾਂ ਕੁਕਰਮ ਕਰੀ ਜਾਂਦਾ ਅਤੇ ਜ਼ੁਲਮ ਤੋਂ ਬਾਜ਼ ਨਹੀਂ ਆਉਂਦਾ, ਇੱਥੋਂ ਤੱਕ ਕਿ ਮੌਤ ਦੇ ਪੜਾਅ ਤੱਕ ਪੁੱਜ ਜਾਂਦਾ ਹੈ। ਇਸ ਸ੍ਰਿਸ਼ਟੀ 'ਤੇ ਅਨੇਕਾਂ ਐਸੇ ਬਾਦਸ਼ਾਹ ਹੋਏ ਹਨ ਜਿਨ੍ਹਾਂ ਨੇ ਸੰਤਾਂ ਭਗਤਾਂ ਨੂੰ ਕਸ਼ਟ ਦੇ ਕੇ ਆਪਣੇ ਆਪ ਦਾ ਸੱਤਿਆਨਾਸ਼ ਕੀਤਾ। ਅਵਤਾਰ ਪੈਗੰਬਰਾਂ ਨਾਲ ਆਪ ਹੁਦਰੀਆਂ ਕਰਦੇ ਆਏ। ਐਸੇ ਹੀ ਬੰਦੇ ਸਿਕੰਦਰ ਲੋਧੀ ਦੇ ਸਨ, ਜਿਹੜੇ ਭਗਤ ਜੀ ਨੂੰ ਮਾਰਨ 'ਤੇ ਤੁਲੇ ਸਨ। ਅਗਿਆਨੀ ਪੁਰਸ਼ ਪਰਮਾਤਮਾ ਦੀਆਂ ਸ਼ਕਤੀਆਂ ਵੱਲੋਂ ਅੱਖਾਂ ਮੀਟ ਜਾਂਦੇ ਹਨ। ਕਬੀਰ ਜੀ ਤਾਂ ਗਾਉਂਦੇ ਫਿਰਦੇ ਸਨ, ਕਹਿਤ ਕਬੀਰ ਪੰਚ ਕੋ ਝਗਰਾ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਧਿਆ, ਮੈਂ ਰਾਮ ਰਮਤ ਸੁਖ ਪਾਇਆ। ਪਰ ਬਾਦਸ਼ਾਹੀ ਦੀ ਬੇਸਮਝ ਲੋਕਾਂ ਨੂੰ ਉਹ ਕੋਈ ਸਰਾਪ ਨਹੀਂ ਸਨ ਦਿੰਦੇ। ਉਹ ਆਖਦੇ ਸਨ, ਸਾਕਤ ਪੁਰਸ਼ ਆਪਣੇ ਕਰਮ ਦਾ ਫਲ ਕੌੜਾ ਖਾਂਦਾ ਹੈ, ਉਹ ਸਮਝਾਇਆ ਨਹੀਂ ਸਮਝਦਾ। ਹੇ ਪੁਰਸ਼ੋ, ਸਾਕਤ ਰੱਬ ਦੇ ਗਿਆਨ ਨੂੰ ਨਾ ਸਮਝਣ ਵਾਲਾ ਪੁਰਸ਼ ਨਾਸਤਕ ਨੂੰ ਕੁਝ ਨਹੀਂ ਆਖਣਾ ਚਾਹੀਦਾ। ਉਸਨੇ ਕੋਈ ਗੱਲ ਨਹੀਂ ਮੰਨਣੀ। ਉਹਦੀ ਤਾਂ ਦਸ਼ਾ ਕਾਂ ਵਰਗੀ ਹੈ। ਜਿਵੇਂ ਕੋਈ ਕਾਂ ਨੂੰ ਕਪੂਰ ਖਵਾਵੇ ਅਤੇ ਸੱਪ ਨੂੰ ਦੁੱਧ ਪਿਲਾਵੇ, ਜਾਂ ਅੰਮ੍ਰਿਤ ਜਲ ਨਿੰਮ ਨੂੰ ਪਾਏ ਤਾਂ ਨਿੰਮ ਮਿੱਠੀ ਨਹੀਂ ਹੁੰਦੀ। ਉਹਨਾਂ ਨੂੰ ਆਤਮਕ ਸ਼ਕਤੀ ਦਾ ਗਿਆਨ ਹੀ ਨਹੀਂ ਹੁੰਦਾ। ਐਸੇ ਮੂਰਖ ਪੁਰਸ਼ ਨੂੰ ਸਮਝਾਉਣ ਦਾ ਕੀ ਲਾਭ। ਇਹ ਫੈਸਲਾ ਕੀਤਾ ਕਿ ਕਬੀਰ ਜੀ ਨੂੰ ਮਸਤ ਹਾਥੀ ਅੱਗੇ ਸੁੱਟਣਾ ਹੈ, ਸੋ ਹਾਥੀ ਲਿਆਂਦਾ ਗਿਆ। ਮਹਾਵਤ ਨੂੰ ਦੱਸਿਆ ਗਿਆ ਕਿ ਉਸ ਦਾ ਹਾਥੀ ਕਬੀਰ ਜੀ ਨੂੰ ਕੁਚਲ ਸੁੱਟੇ, ਕਿਉਂਕਿ ਬਾਦਸ਼ਾਹੀ ਹੁਕਮ ਮਾਰ ਦੇਣ ਦਾ ਸੀ। ਕਬੀਰ ਜੀ ਦੱਸਦੇ ਹਨ, ਹਾਕਮਾਂ ਨੇ ਮੇਰੀਆਂ ਬਾਹੀਂ ਬੰਨੀਆਂ ਅਤੇ ਗੁੱਛਮ ਗੁੱਛਾ ਕਰਕੇ ਹਾਥੀ ਦੀ ਸੁੰਡ ਅੱਗੇ ਸੁੱਟ ਦਿੱਤਾ। ਉਸ ਵੇਲੇ ਹਾਥੀ ਬਹੁਤ ਗੁੱਸੇ ਵਿੱਚ ਸੀ, ਪਰ ਜਿਉਂ ਹੀ ਕਬੀਰ ਜੀ ਡਿੱਗੇ ਤਾਂ ਹਾਥੀ ਉਲਟਾ ਚੀਕਾਂ ਮਾਰਨ ਲੱਗ ਪਿਆ। ਉਸਨੇ ਤਾਂ ਉਹਨਾਂ ਕੋਲੋਂ ਪੁੱਛਣਾ ਚਾਹਿਆ, ਐ ਮੂਰਖੋ, ਇਹ ਕੀ ਕਰਦੇ ਹੋ? ਇਸ ਮੂਰਤੀ ਕਬੀਰ ਜੀ ਤੋਂ ਤਾਂ ਮੈਂ ਬਲਿਹਾਰੇ ਜਾਂਦਾ ਹਾਂ। ਐਸੇ ਪੁਰਸ਼ ਨੂੰ ਮੇਰੇ ਅੱਗੇ ਸੁੱਟੇ ਜਿਹੜਾ ਰਾਮ ਦਾ ਭਜਨ ਕਰਦਾ ਹੈ। ਵਾਹ ਦਾਤਾ, ਇਹ ਕੀ ਖੇਡ ਹੈ? ਕਬੀਰ ਜੀ ਆਖਦੇ ਹਨ, ਅਨੋਖਾ ਕੌਤਕ ਸੀ। ਹੇ ਮੇਰੇ ਠਾਕੁਰ, ਤੇਰੀ ਲੀਲਾ ਅਪਾਰ ਹੈ। ਕਾਜ਼ੀ ਮਹਾਵਤ ਨੂੰ ਗੁੱਸੇ ਹੁੰਦਾ ਸੀ ਕਿ ਉਹ ਹਾਥੀ ਨੂੰ ਅੱਗੇ ਹੋ ਕੇ ਤੋਰੇ। ਇੱਥੋਂ ਤੱਕ ਕਿ ਮਹਾਵਤ ਨੂੰ ਕ੍ਰੋਧ ਨਾਲ ਆਖਦਾ ਸੀ, ਤੈਨੂੰ ਮਰਵਾ ਦਿਆਂਗਾ, ਇਸ ਨੂੰ ਸੱਟਾਂ ਮਾਰ ਕੇ ਤੋਰ ਤਾਂ ਕਿ ਕਬੀਰ ਭਗਤ ਚਰਨ ਹੇਠਾਂ ਚਲਿਆ ਜਾਵੇ। ਕਬੀਰ ਜਿਉਂਦਾ ਨਹੀਂ ਰਹਿਣਾ ਚਾਹੀਦਾ। ਪਰ ਮਹਾਵਤ ਅੱਗੋਂ ਹੱਥ ਜੋੜ ਖਲੋਤਾ। ਉਸਨੇ ਆਖਿਆ, ਹੇ ਕਾਜ਼ੀ, ਦੇਖਦਾ ਨਹੀਂ ਮੈਂ ਕੁੰਡੇ ਤਾਂ ਮਾਰ ਰਿਹਾ ਹਾਂ, ਪਰ ਹਾਥੀ ਤਾਂ ਇੱਕ ਪੈਰ ਨਹੀਂ ਅੱਗੇ ਹੁੰਦਾ। ਮੇਰਾ ਕੀ ਜ਼ੋਰ? ਇਉਂ ਜਾਪਦਾ ਹੈ ਕਿ ਇਸ ਦੇ ਹਿਰਦੇ ਵਿੱਚ ਭਗਵਾਨ ਵਸਦਾ ਹੈ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਦੱਸੋ ਖਾਂ ਭਲਾ ਸਾਧ ਨੇ ਕੀ ਗੁਨਾਹ ਕੀਤਾ ਜੋ ਉਸਨੂੰ ਪੋਟਲੀ ਵਾਂਗ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ? ਦੇਖਦੇ ਨਹੀਂ, ਅੰਨੇ ਹੋ, ਜੋ ਹਾਥੀ ਤਾਂ ਉਸਨੂੰ ਨਮਸਕਾਰ ਕਰ ਰਿਹਾ ਹੈ। ਮੂਰਖ ਕਾਜ਼ੀ ਫਿਰ ਵੀ ਨਾ ਸਮਝਿਆ। ਵੈਸੇ ਵੀ ਉਹ ਅਗਿਆਨੀ ਸੀ, ਜਿਸਨੇ 3 ਵਾਰ ਪਰਖ ਕੀਤੀ, ਪਰ ਉਸਦਾ ਕਰੜਾ ਮਨ ਅਜੇ ਵੀ ਨਾ ਮੰਨਿਆ। ਪਰ ਕਬੀਰ ਜੀ ਆਖਦੇ ਹਨ, ਅਸਾਂ ਦਾ ਗੋਬਿੰਦ ਚੌਥੇ ਪਦ ਵਿੱਚ ਰਹਿੰਦਾ ਹੈ, ਕਿਸੇ ਨੂੰ ਵੀ ਦਿਖਾਈ ਨਹੀਂ ਦਿੰਦਾ ਅਤੇ ਰਾਖੀ ਹਰ ਇੱਕ ਦੀ ਕਰਦਾ ਹੈ। ਗੱਲ ਕੀ ਕਿ ਹਾਥੀ ਕਬੀਰ ਜੀ ਨੂੰ ਕੁਝ ਆਖਣ ਦੀ ਥਾਂ ਦੂਸਰੇ ਪਾਸੇ ਜੰਗਲ ਨੂੰ ਨੱਠ ਉੱਠਿਆ। ਮਹਾਵਤ ਨੂੰ ਸੁੱਟ ਕੇ ਮਾਰ ਦਿੱਤਾ। ਉਹ ਜੰਗਲ ਨੂੰ ਐਸਾ ਗਿਆ, ਮੁੜ ਨਾ ਆਇਆ। ਉਸਨੇ ਰਾਜ ਸੇਵਾ ਛੱਡ ਦਿੱਤੀ। ਹਾਥੀ ਜੂਨ ਤੋਂ ਛੁਟਕਾਰਾ ਪਾ ਕੇ ਰਾਮ ਜੀ ਦੀ ਮਰਜ਼ੀ ਨਾਲ ਜੀਵਨ ਮੁਕਤ ਹੋ ਗਿਆ। ਕਾਜ਼ੀ ਤੇ ਹਾਕਮ ਹੱਥ ਮਲਦੇ ਰਹਿ ਗਏ, ਉਹਨਾਂ ਦੇ ਹੱਥ ਕੁਝ ਨਾ ਆਇਆ। ਕਾਜ਼ੀ ਤੇ ਮੁੱਲਾਂ ਪੰਡਿਤ ਸਭ ਸ਼ਰਮਿੰਦੇ ਹੋਏ ਜੋ ਕਬੀਰ ਜੀ ਦੇ ਦੁਸ਼ਮਣ ਸਨ। ਪਰ ਕਬੀਰ ਜੀ ਦੇ ਸ਼ਰਧਾਲੂ ਤਾਂ ਉੱਚੀ ਉੱਚੀ ਕੂਕ ਕੂਕ ਕੇ ਆਖਣ ਲੱਗੇ, ਕਬੀਰ ਵੱਡਾ ਭਗਤ ਹੈ, ਰਾਮ ਦਾ ਭਗਤ। ਅਹਿਲਕਾਰ ਬਾਦਸ਼ਾਹ ਸਿਕੰਦਰ ਲੋਧੀ ਕੋਲ ਪੁੱਜੇ। ਉਹਨਾਂ ਨੇ ਆਖਿਆ, ਹੇ ਬਾਦਸ਼ਾਹ ਸਲਾਮਤ, ਉਹ ਤਾਂ ਨਹੀਂ ਮਰਦਾ। ਅੱਗ, ਪਾਣੀ, ਹਾਥੀ ਉਸਨੂੰ ਮਾਰ ਨਹੀਂ ਸਕੇ। ਉਹ ਤਾਂ ਸੱਚ ਹੀ ਕੋਈ ਖੁਦਾਈ ਬੰਦਾ ਹੈ। ਸਾਰੀ ਕਾਂਸ਼ੀ ਵਿੱਚ ਸਗੋਂ ਉਸਦਾ ਜਸ ਹੋਣ ਲੱਗ ਪਿਆ ਹੈ ਕਿ ਬਿਆਨ ਨਹੀਂ ਕੀਤਾ ਜਾਂਦਾ। ਸਾਰੇ ਲੋਕ ਬਾਦਸ਼ਾਹ ਦੀ ਨਿੰਦਾ ਕਰ ਰਹੇ ਹਨ। ਕਾਜ਼ੀਆਂ ਤੇ ਪੰਡਤਾਂ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਮਾਮਲਾ ਐਸਾ ਹੈ, ਦੱਸੋ ਹੁਣ ਕੀ ਕਰੀਏ? ਅਸੀਂ ਤਾਂ ਬਹੁਤ ਤੰਗ ਆ ਗਏ ਹਾਂ। ਸਾਡੇ ਘਰ ਦੇ ਬਾਲ ਬੱਚੇ ਸਭ ਤੰਗ ਹਨ, ਬਿਮਾਰ ਪੈ ਗਏ ਹਨ। ਸਿਕੰਦਰ ਲੋਧੀ ਬਾਦਸ਼ਾਹ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ, ਪਰ ਹੰਕਾਰ ਦੇ ਨਾਲ ਉਸਦੀ ਮੱਤ ਮਾਰੀ ਗਈ ਸੀ। ਉਹ ਛੇਤੀ ਹੀ ਗੁਰੂ ਜੀ ਦੇ ਬਚਨਾਂ ਨੂੰ ਭੁੱਲ ਗਿਆ ਸੀ, ਆਪ ਹੁਦਰੀਆਂ ਕਰਨ ਲੱਗਾ ਸੀ। ਕਬੀਰ ਜੀ ਦੇ ਅਗਨ ਵਿੱਚ ਨਾ ਸੜਨ ਦੀ ਵਾਰਤਾ ਸੁਣ ਕੇ ਉਸਦੀ ਸੁੱਤੀ ਆਤਮਾ ਜਾਗ ਪਈ। ਹਾਥੀ ਨੇ ਵੀ ਕਬੀਰ ਨੂੰ ਨਹੀਂ ਮਾਰਿਆ, ਇਸ ਗੱਲ ਤੋਂ ਉਸਨੂੰ ਗਿਆਨ ਹੋਇਆ। ਅੱਖਾਂ ਖੁੱਲ੍ਹੀਆਂ। ਆਪਣੀ ਮੂਰਖਤਾ ਉੱਤੇ ਉਹ ਪਛਤਾਇਆ। ਸਾਰੀ ਗੱਲ ਸੁਣ ਕੇ ਉਸਨੇ ਅਹਿਲਕਾਰ ਨੂੰ ਆਖਿਆ, ਕੀ ਕਬੀਰ ਨੂੰ ਇੱਕ ਵਾਰ ਹੋਰ ਸੱਦ ਕੇ ਲਿਆ ਸਕਦੇ ਹੋ ਮੇਰੇ ਕੋਲ? ਜਿਵੇਂ ਬਾਦਸ਼ਾਹ ਸਲਾਮਤ ਦੀ ਆਗਿਆ ਹੋਵੇ, ਨਫਰ ਨੇ ਉੱਤਰ ਦਿੱਤਾ ਸੀ।
ਅੱਛਾ ਜਾਓ, ਉਸਨੂੰ ਸੱਦ ਕੇ ਲਿਆਓ। ਦੇਖੋ, ਤੰਗ ਨਹੀਂ ਕਰਨਾ, ਮੰਦਾ ਸ਼ਬਦ ਨਹੀਂ ਬੋਲਣਾ। ਆਦਰ ਨਾਲ ਲਿਆਓ। ਦੇਖੋ, ਉਹ ਖੁਦਾ ਦਾ ਬੰਦਾ ਹੈ। ਜੋ ਗੁੱਸੇ ਨਾ ਹੋਏ, ਉਸਦਾ ਸਤਿਕਾਰ ਕਰਦੇ ਆਓ। ਆਖੋ, ਬਾਦਸ਼ਾਹ ਖਿਮਾ ਮੰਗਦਾ ਹੈ। ਜਾਓ, ਦੇਰ ਨਾ ਕਰੋ। ਬਾਦਸ਼ਾਹ ਦਾ ਫਰਮਾਨ ਸੁਣ ਕੇ ਨਫਰ ਕਬੀਰ ਜੀ ਨੂੰ ਲਿਆਉਣ ਵਾਸਤੇ ਦੌੜ ਗਏ। ਪਹਿਲਾਂ ਘਰ ਪੁੱਜੇ, ਕਬੀਰ ਜੀ ਘਰ ਨਹੀਂ ਸਨ। ਫਿਰ ਸਾਧੂਆਂ ਦੇ ਅੱਡਿਆਂ ਉੱਤੇ ਪਹੁੰਚੇ, ਪਰ ਉਹ ਨਾ ਮਿਲੇ। ਗੰਗਾ ਦੇ ਕਿਨਾਰੇ ਦੱਸ ਪਈ, ਫਿਰ ਉੱਧਰ ਗਏ। ਜਦੋਂ ਨੇੜੇ ਗਏ ਤਾਂ ਕੀ ਦੇਖਦੇ ਹਨ ਕਿ ਕਬੀਰ ਜੀ ਚੌਂਕੜਾ ਮਾਰ ਕੇ ਸਮਾਧੀ ਲਈ ਬੈਠੇ ਹਨ। ਸੁਰਤ ਰਾਮ ਦੇ ਚਰਨਾਂ ਨਾਲ ਜੁੜੀ ਹੈ। ਨੈਣ ਬੰਦ ਹਨ। 10ਵੇਂ ਦੁਆਰ ਪੁੱਜੇ ਹੋਏ ਆਪਣੇ ਰਾਮ ਜੀ ਦਾ ਜਸ ਕਰ ਰਹੇ ਹਨ। ਨਫਰਾਂ ਨੇ ਜਾ ਕੇ ਆਵਾਜ਼ਾਂ ਦਿੱਤੀਆਂ, ਕਬੀਰ ਜੀ, ਕਬੀਰ ਜੀ। 5ਵੀਂ ਆਵਾਜ਼ੇ ਕਬੀਰ ਜੀ ਨੇ ਨੈਣ ਖੋਲ੍ਹੇ। ਨਫਰਾਂ ਵੱਲ ਦੇਖਿਆ, ਅਰ ਜ਼ਬਾਨੋਂ ਕੁਝ ਨਹੀਂ ਬੋਲੇ। ਨਫਰਾਂ ਨੇ ਬੇਨਤੀ ਕੀਤੀ, ਮਹਾਰਾਜ, ਬਾਦਸ਼ਾਹ ਸਿਕੰਦਰ ਲੋਧੀ ਆਪ ਨੂੰ ਯਾਦ ਕਰਦੇ ਹਨ। ਉਹ ਆਪ ਕੋਲੋਂ ਖਿਮਾ ਮੰਗਣਾ ਚਾਹੁੰਦੇ ਹਨ। ਯਾਦ ਕਰਦੇ ਨੇ? ਕਿਉਂ? ਕਬੀਰ ਜੀ ਨੇ ਪੁੱਛਿਆ। ਉਹ ਬਾਦਸ਼ਾਹ, ਅਸੀਂ ਰਾਮ ਦੇ ਸੇਵਕ। ਮਹਾਰਾਜ, ਦਰਸ਼ਨ ਕਰਨ ਵਾਸਤੇ। ਵਾਹ ਮੇਰੇ ਰਾਮ, ਤੇਰੀ ਮਹਿਮਾ ਅਪਰ ਅਪਾਰ ਹੈ। ਭੁੱਲਿਆਂ ਨੂੰ ਰਾਹੇ ਪਾ ਦਿੰਦਾ ਹੈ। ਮੇਰੇ ਦਰਸ਼ਨ? ਇੱਕ ਕਬੀਰ ਜੁਲਾਹੇ ਦੇ ਦਰਸ਼ਨ? ਇਹ ਤਾਂ ਰਾਮ ਹੀ ਜਾਣੇ। ਅੱਛਾ ਚਲੋ ਭਾਈ, ਚੱਲਦੇ ਹਾਂ। ਮੇਰੇ ਰਾਮ ਦੀ ਇਹੋ ਆਗਿਆ ਹੈ। ਕਬੀਰ ਜੀ ਸ਼ਾਹੀ ਨਫਰਾਂ ਨਾਲ ਬਾਦਸ਼ਾਹ ਦੇ ਡੇਰੇ ਪੁੱਜੇ, ਪਰ ਬਾਦਸ਼ਾਹ ਅੱਗੋਂ ਨੰਗੇ ਪੈਰੀਂ ਸਵਾਗਤ ਕਰਨ ਵਾਸਤੇ ਆਇਆ। ਉਸਨੇ ਝੁੱਕ ਕੇ ਕਬੀਰ ਜੀ ਨੂੰ ਸਲਾਮ ਕੀਤੀ। ਅੱਗੇ ਤਾਂ ਆਪ ਸਲਾਮ ਕਰਾਉਣ ਵਾਸਤੇ ਕਬੀਰ ਨੂੰ ਮੌਤ ਦਾ ਹੁਕਮ ਦਿੰਦਾ ਸੀ, ਹੁਣ ਆਪ ਕਬੀਰ ਜੀ ਦੇ ਚਰਨੀ ਲੱਗਾ। ਬੜੇ ਆਦਰ ਨਾਲ ਆਪਣੇ ਤੰਬੂ ਵਿੱਚ ਕਬੀਰ ਜੀ ਨੂੰ ਲੈ ਗਿਆ। ਸਤਿਕਾਰ ਨਾਲ ਬਿਠਾ ਕੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਤੇ ਭੁੱਲਾਂ ਦੀ ਖਿਮਾ ਮੰਗੀ। ਕਬੀਰ ਜੀ ਨੇ ਉਸਨੂੰ ਨੇਕੀ ਕਰਨ ਦਾ ਉਪਦੇਸ਼ ਦਿੱਤਾ। ਕਬੀਰ ਜੀ ਨੇ ਆਪਣੇ ਸੁਭਾਅ ਅਨੁਸਾਰ ਉਪਦੇਸ਼ ਦਿੱਤਾ। ਕਬੀਰ ਜੀ ਹੱਸ ਕੇ ਬੋਲੇ, ਹੇ ਦੁਨੀਆ ਦੇ ਬਾਦਸ਼ਾਹ, ਤੁਸਾਂ ਇਹ ਕਿਹਾ ਹੈ ਕਿ ਕਬੀਰ ਮੰਗ ਲਵੇ ਜੋ ਕੁਝ ਮੰਗਣਾ ਚਾਹੁੰਦਾ ਹੈ। ਤੁਸਾਂ ਕੋਲ ਧਰਤੀ ਹੈ, ਦੌਲਤ ਹੈ, ਸੋਨਾ ਚਾਂਦੀ ਹੈ, ਪਰ ਜਦੋਂ ਅਸੀਂ ਧਿਆਨ ਕਰਕੇ ਤੱਕਦੇ ਹਾਂ ਤਾਂ ਨਜ਼ਰ ਪੈਂਦਾ ਹੈ ਕਿ ਇਹ ਮਾਇਆ ਹੈ ਜੋ ਥਿਰ ਨਹੀਂ ਰਹਿਣੀ। ਨਾ ਰਾਜ ਥਿਰ ਰਹਿਣਾ ਹੈ ਤੇ ਨਾ ਦੌਲਤ। ਧਰਤੀ 'ਤੇ ਕਈ ਆਏ, ਕਈ ਗਏ। ਤੁਸਾਂ ਦਾ ਦਾਵਾ ਵੀ ਕੂੜ ਦਾ ਹੈ। ਕੀ ਪਤਾ ਕਿੰਨਾ ਚਿਰ ਰਹਿਣਾ ਹੈ। ਹੋਰ ਕੋਈ ਬਲਵਾਨ ਰਾਜਾ ਜਾਂ ਬਾਦਸ਼ਾਹ ਆ ਜਾਵੇ, ਉਹ ਤੁਸਾਂ ਨੂੰ ਧਰ ਕੇ ਅੱਗੇ ਲੈ ਜਾਏ। ਇਉਂ ਬਾਦਸ਼ਾਹ ਸਿਕੰਦਰ ਲੋਧੀ ਨੂੰ ਉਪਦੇਸ਼ ਕਰਦੇ ਹੋਏ ਉਦਾਹਰਨ ਦਿੰਦੇ ਹਨ। ਹੇ ਬਾਦਸ਼ਾਹ, ਦੁਨੀਆ ਦੇ ਵਿੱਚ ਲੰਕਾ ਦਾ ਪਾਤਸ਼ਾਹ ਹੋਇਆ ਹੈ ਰਾਵਣ। ਉਸ ਦੀ ਲੰਕਾ 'ਤੇ ਐਡਾ ਵੱਡਾ ਕਿਲ੍ਹਾ ਸੀ ਕਿ ਉਸਦੇ ਚੌਗਿਰਦੇ ਸਮੁੰਦਰ ਵਰਗੀ ਖਾਈ ਖਾਲ ਪੁੱਟੀ ਹੋਈ ਸੀ, ਭਾਵ ਉਸਨੂੰ ਕੋਈ ਜਿੱਤ ਨਹੀਂ ਸੀ ਸਕਦਾ। ਪਰ ਉਸ ਰਾਵਣ ਦੇ ਘਰ ਦਾ ਅੱਜ ਕੋਈ ਪਤਾ ਨਹੀਂ ਲੱਗਦਾ। ਕੀ ਮੰਗਾਂ, ਕੁਝ ਰਹਿਣ ਵਾਲਾ ਨਜ਼ਰ ਨਹੀਂ ਆਉਂਦਾ। ਦੇਖਦਿਆਂ ਦੇਖਦਿਆਂ ਸਭ ਕੁਝ ਤੁਰਿਆ ਜਾ ਰਿਹਾ ਹੈ। ਸਭ ਤੁਰੇ ਜਾ ਰਹੇ ਹਨ। ਉਸੇ ਰਾਵਣ ਦੇ, ਜਿਸ ਦੀ ਮੈਂ ਗੱਲ ਕੀਤੀ ਹੈ, 1 ਲੱਖ ਪੁੱਤਰ ਸਨ ਤੇ 1.25 ਲੱਖ ਧੀਆਂ ਸਨ। ਪਰ ਜਦੋਂ ਸ੍ਰੀ ਰਾਮਚੰਦਰ ਨਾਲ ਯੁੱਧ ਹੋਇਆ ਤਾਂ ਉਸਦੇ ਘਰ ਕੋਈ ਦੀਵਾ ਬੱਤੀ ਜਗਾਉਣ ਵਾਲਾ ਵੀ ਨਾ ਰਿਹਾ। ਤੁਸੀਂ ਤਾਂ ਬਾਦਸ਼ਾਹ ਜੇ ਛੋਟੇ ਹੋ। ਉਸ ਰਾਵਣ ਨੇ ਤਪੱਸਿਆ ਦੇ ਬਲ ਨਾਲ ਐਸੀ ਸ਼ਕਤੀ ਪ੍ਰਾਪਤ ਕੀਤੀ ਸੀ ਕਿ ਚੰਦ ਤੇ ਸੂਰਜ ਉਸਦੀ ਰਸੋਈ ਪਕਾਉਂਦੇ ਸਨ, ਅੱਗ ਕੱਪੜੇ ਧੋਂਦੀ ਸੀ, ਭਾਵ ਕੁਦਰਤੀ ਸ਼ਕਤੀਆਂ ਵੀ ਉਸਦੇ ਆਖੇ ਲੱਗਦੀਆਂ ਸਨ। ਦੇਖੋ, ਜਦੋਂ ਐਸੇ ਲੋਕ ਨਹੀਂ ਰਹੇ ਤਾਂ ਹੋਰ ਕੀ ਰਹਿ ਜਾਣਾ ਹੈ। ਐਵੇਂ ਹੰਕਾਰ ਕਰਨਾ, ਰਾਮ ਭਗਤਾਂ ਨੂੰ ਦੁੱਖ ਦੇਣਾ, ਇਹ ਤਾਂ ਪਾਤਸ਼ਾਹਾਂ ਨੂੰ ਸ਼ੋਭਾ ਹੀ ਨਹੀਂ ਦਿੰਦਾ। ਜੀਵਨ ਦੀ ਸੱਚਾਈ ਦੀ ਲੋੜ ਹੈ। ਇਸ ਵਾਸਤੇ ਹਰ ਇੱਕ ਨੂੰ ਸੁਣ ਕੇ ਸਮਝ ਲੈਣਾ ਚਾਹੀਦਾ ਹੈ ਕਿ ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸਭ ਕੂੜ ਹੈ। ਕੂੜ ਚਮਤਕਾਰ ਜ਼ਰੂਰ ਦਿਖਾਉਂਦਾ ਹੈ, ਪਰ ਅੰਤ ਖੇਹ ਦੀ ਖੇਹ ਹੈ। ਕੀ ਪਤਾ ਕਿਸ ਸ਼ੁਭ ਕਰਮ ਕਾਰਨ ਆਪ ਨੂੰ ਰਾਜ ਮਿਲਿਆ ਹੈ। ਅੱਗੇ ਸ਼ੁਭ ਕਰਮ ਕਰੋ ਤਾਂ ਕਿ ਕਿਸੇ ਲੇਖੇ ਜੀਵਨ ਪਵੇ, ਧਰਮ ਦਾ ਰਾਜ ਹੋਏ। ਧਰਮ ਹੀ ਤਾਂ ਮਨੁੱਖ ਜੀਵਨ ਦਾ ਨਿਸ਼ਾਨਾ ਹੈ। ਐਸੇ ਉਪਦੇਸ਼ ਸੁਣ ਕੇ ਬਾਦਸ਼ਾਹ ਸਿਕੰਦਰ ਲੋਧੀ ਨੂੰ ਕੁਝ ਹੋਸ਼ ਆਈ, ਗਿਆਨ ਹੋਇਆ ਤੇ ਕਬੀਰ ਜੀ ਦਾ ਸਤਿਕਾਰ ਕਰਦਾ ਹੋਇਆ ਕਾਂਸ਼ੀ ਤੋਂ ਚਲਾ ਗਿਆ। ਕਬੀਰ ਜੀ ਦੇ ਜਸ ਦਾ ਡੰਕਾ ਸਾਰੇ ਵੱਜ ਗਿਆ। ਹਰ ਪਾਸੇ ਸ਼ੋਭਾ ਹੋਣ ਲੱਗੀ। ਰਾਮ ਧੁਨ ਗਾਈ ਜਾਣ ਲੱਗੀ।